ਇੱਕ ਨੌਜਵਾਨ ਉੱਥੇ ਨਜਾਇਜ਼ ਮਾਰੇ ਗਏ ਵਿਚਾਰੇ, ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਇਹਦਾ ਮਤਲਬ ਜ਼ੀਰੋ ਤੋਂ ਦੁਬਾਰਾ ਸਟਾਰਟ ਹੋਏਗੀ ਸਿੱਟ, ਫਿਰ ਜਾਂਚ ਕਰੇਗੀ, ਫਿਰ ਅਗਲੇ ਇਲੈਕਸ਼ਨਾਂ ਦੇ ਵਿੱਚ ਉਹਦਾ ਫੈਸਲਾ ਹੋਏਗਾ। ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਉਹਨਾਂ ਸ਼ਹੀਦਾਂ ਦੇ ਕਾਤਲਾਂ ਨੂੰ ਕਿੰਨਾ ਕੁ ਟਾਈਮ ਆ ਕਿਤੇ ਲੱਭ ਕੇ ਲਿਆਉਣ ਦਾ? ਅੱਜ ਸੀਸੀਟੀਵੀ ਹੈ, ਹਰ ਚੀਜ਼ ਹੈ, ਪੁਲਿਸ ਕੀ ਤੇ ਕੀ ਨਹੀਂ ਕੱਢ ਲਿਆਉਂਦੀ। ਕਿਸਾਨ ਕਾਨੂੰਨ ਲੈ ਕੇ ਆ ਗਏ, ਨਹੀਂ ਕਹਿੰਦੇ ਤੁਹਾਡੇ ਭਲੇ ਦੀ ਗੱਲ ਹੈ। ਉਹ ਕੱਲ੍ਹ ਨੂੰ ਸਾਡੇ ਸਾਹ ਲੈਣ ਤੋਂ ਤੇ ਪਾਬੰਦੀ ਲਾ ਦੇਣਗੇ। ਉਹ ਕਹਿਣਗੇ ਜੀ ਤੁਸੀਂ ਇਹ ਫਲਾਣੀ ਅਡਾਨੀ ਅੰਬਾਨੀ ਦੀ ਕੰਪਨੀ। ਸਿੱਧੂ ਜੋ ਕਹਿ ਰਿਹਾ ਅੱਜ ਮੰਚ ਤੇ ਕਹਿ ਰਿਹਾ, ਪ੍ਰੈਸ ਕਾਨਫਰੰਸ ਕਰ ਰਿਹਾ, ਪਹਿਲਾਂ ਵੀ ਕਹਿੰਦੇ ਸੀ, ਸਟੇਜਾਂ ਤੇ ਵੀ ਕਹਿੰਦੇ ਸੀ, ਸਿੱਧੋ ਸਿੱਧੀ ਹੋ ਗਏ ਕੈਪਟਨ ਸਾਹਿਬ ਨਾਲ। ਉਹ ਤਾਂ ਕਹਿ ਰਹੇ ਨੇ ਵੀ ਹੁਣ ਜੋ ਮੈਂ ਕਹਿ ਰਿਹਾ ਸੀਗਾ ਝੋਲੀ ਅੱਡ ਕੇ ਵੀ ਵਿਧਾਨ ਸਭਾ 'ਚ ਕਹਿ ਰਿਹਾ ਸੀ। ਕਿੰਨਾ ਸਮਾਂ ਸਰਕਾਰ 'ਚ ਰਹੇ, ਮੰਤਰੀ ਬਣ ਕੇ ਰਹੇ, ਸੁਪਰ ਪਾਵਰ 'ਚ ਰਹੇ, ਨੰਬਰ 2 ਦੇ ਵਜ਼ੀਰ ਦੀ ਕੁਰਸੀ ਤੇ ਰਹੇ। ਉਹਨੇ ਕਿਹਾ ਵੀ ਪੰਜਾਬ ਦੀ ਜਨਤਾ ਨੂੰ ਹੁਣ ਅਲਰਟ ਹੋ ਜਾਣਾ ਚਾਹੀਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਕੋਈ ਧਰਮ ਦਾ ਕਾਰਡ ਖੇਲ ਕੇ ਆਉਣ ਵਾਲੇ ਸਮੇਂ 'ਚ ਸੱਤਾ ਹਾਸਲ ਵੀ ਕਰ ਸਕਦਾ। ਉਦੋਂ ਉਹ ਮਤਾ ਲਾਗੂ ਹੋ ਜਾਂਦਾ। ਅੱਜ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਧਰਨੇ ਤੇ ਸੰਘਰਸ਼ ਨਾ ਬਹਿਣਾ ਪੈਂਦਾ, ਕੁਰਬਾਨੀਆਂ ਨਾ ਦੇਣੀਆਂ ਪੈਂਦੀਆਂ। ਪੰਜਾਬ ਦੀ ਸਿਆਸਤ 'ਚ ਰੋਜ਼ ਨਿਤ ਇੱਕ ਨਵਾਂ ਧਮਾਕਾ ਦੇਖਣ ਨੂੰ ਮਿਲ ਰਿਹਾ। ਬੀਤੇ ਦਿਨ ਪੰਜਾਬ ਸਰਕਾਰ ਦੁਆਰਾ ਸਿੱਟ ਬਣਾਈ ਹੋਈ ਉਹਨਾਂ ਦੇ ਇੰਚਾਰਜ ਆਈਜੀ ਵਿਜੇ ਪ੍ਰਤਾਪ ਸਿੰਘ ਨੇ ਜਦੋਂ ਮਾਨਯੋਗ ਅਦਾਲਤ ਵਿੱਚ ਸਿੱਟ ਪੇਸ਼ ਕੀਤੀ ਸੀ, ਉੱਤੇ ਚਰਚਾ ਹੋਈ, ਪਰ ਉਹ ਸਿੱਟ ਨੂੰ ਖਾਰਜ ਕਰ ਦਿੱਤਾ ਗਿਆ। ਉਸ ਖਾਰਜ ਪਿੱਛੇ ਕੀ ਕੁਝ ਕਾਰਨ ਰਹੇ ਨੇ? ਕੀ ਉਸ ਸਿੱਟ ਦੀ ਖਾਰਜ ਤੇ ਕਾਂਗਰਸ ਨੂੰ ਧੱਕਾ ਪਹੁੰਚਿਆ, ਕਾਂਗਰਸ ਦੀ ਛਵੀ ਤੇ ਧੱਕਾ ਪਹੁੰਚਿਆ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ 2017 ਦੇ ਇਲੈਕਸ਼ਨਾਂ ਦੇ ਵਿੱਚ 3 ਨੰਬਰ ਤੇ ਆ ਗਿਆ ਸੀ? ਅੱਜ ਗੱਲ ਕਰਾਂਗੇ ਕਿ ਇਹ ਸਿਆਸੀ ਧਮਾਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਫਾਇਦਾ ਹੋਏਗਾ। ਦੂਸਰਾ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਆਪਣੀ ਸਰਕਾਰ ਤੇ। ਹਾਲਾਂਕਿ ਉਹ ਪਹਿਲਾਂ ਵੀ ਕਰਦੇ ਰਹੇ ਨੇ, ਲੇਕਿਨ ਹੁਣ ਨਜ਼ਰ ਆ ਰਿਹਾ ਵੀ ਜਿਹੜੀ ਜੱਫੀ ਦੀ ਗੱਲ ਕਰ ਰਹੇ ਸੀ ਹਰੀਸ਼ ਰਾਵਤ, ਸ਼ਾਇਦ ਉਹ ਜੱਫੀ ਹੁਣ ਦੂਰ ਹੋ ਗਈ। ਗੱਲ ਕਰਾਂਗੇ ਇਹਨਾਂ ਦੋਨਾਂ ਮੁੱਦਿਆਂ ਤੇ ਚਰਚਾ ਕਰਾਂਗੇ। ਮੇਰੇ ਨਾਲ ਮੌਜੂਦ ਨੇ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਦੇ, ਐਕਸ ਚੇਅਰਮੈਨ ਪਲੈਨਿੰਗ ਬੋਰਡ ਦੇ ਜਗਵੀਰ ਸਿੰਘ ਸੋਖੀ ਜੀ। ਸੋਖੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋਖੀ, ਸੁਣਿਆ ਹੋਣਾ ਪਹਿਲਾ ਸਵਾਲ ਜਿਹੜਾ ਆਈਜੀ ਵਿਜੇ ਪ੍ਰਤਾਪ ਜੀ ਦਾ, ਜੀ ਕੀ ਤੁਸੀਂ ਸਮਝਦੇ ਹੋ ਕਿ ਉਹਨਾਂ ਦੀ ਸਿੱਟ ਜਿਹੜੀ ਹੈ ਉਹ ਇਸ ਕਾਬਲ ਸੀਗੀ ਵੀ ਉਹਦੇ ਤੇ ਉਹਨਾਂ ਦੇ ਸਵਾਲੀਆ ਨਿਸ਼ਾਨ ਲਗਾ ਕੇ ਮਾਨਯੋਗ ਅਦਾਲਤ ਨੇ ਵਾਪਸ ਕਰ? ਦੇਖੋ, ਸਭ ਤੋਂ ਪਹਿਲਾਂ ਤਾਂ ਜਦੋਂ ਇਹ ਘਟਨਾ ਵਾਪਰੀ ਹੈ, ਬਾਈਬਲ ਕਲਾਂ ਵਾਲਾ ਹੋਇਆ ਤੇ ਬਰਗਾੜੀ, ਉਦੋਂ ਤੋਂ ਲੈ ਕੇ ਸਿੱਖ ਹਿਰਦੇ ਬਲੁੰਦਰੇ ਗਏ ਆ। ਬਹੁਤ ਵੱਡਾ ਰੋਸ ਸਮੁੱਚੇ ਸਿੱਖ ਜਗਤ ਦੇ ਵਿੱਚ, ਆਮ ਪੰਜਾਬੀ ਦੇ ਵਿੱਚ ਇਹਦੇ ਪ੍ਰਤੀ ਹੈ, ਔਰ ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਉਸ ਵੇਲੇ ਮੌਜੂਦਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਤੇ ਸੁਭਾਵਿਕ ਹੈ ਕਿ ਜਿਹਦੀ ਸਰਕਾਰ ਹੋਵੇ ਉਹਦੇ ਤੇ ਉਂਗਲੀ ਉੱਠਣੀ ਜਾਇਜ਼ ਹੈ। ਪਰ ਇਹ ਕਦੇ ਵੀ ਕਿਤੇ ਵੀ ਪ੍ਰੂਵ ਨਹੀਂ ਹੋ ਸਕਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਘਟਨਾ ਆਪ ਕਰਵਾਈ ਹੋਵੇ। ਇੱਕ ਪਰਸੈਪਸ਼ਨ ਬਣਾਈ ਗਈ ਵਿਰੋਧੀ ਪਾਰਟੀਆਂ ਦੁਆਰਾ ਰਲ ਮਿਲ ਕੇ ਬੜੇ ਵਧੀਆ ਤਰੀਕੇ ਨਾਲ, ਕਿਉਂਕਿ ਵਿਰੋਧੀ ਪਾਰਟੀਆਂ ਨੂੰ ਕੋਈ ਵੀ ਆਪਣੀ ਜ਼ਮੀਨ ਨਹੀਂ ਸੀ ਮਿਲ ਰਹੀ ਸੱਤਾ ਸੁੱਖ ਮਾਣਨ ਦੀ। ਕੈਪਟਨ ਅਮਰਿੰਦਰ ਸਿੰਘ ਰਾਜਸੀ ਸੀਨ ਤੇ ਆਏ, ਕੇਜਰੀਵਾਲ ਸਾਹਿਬ ਰਾਜਸੀ ਸੀਨ ਤੇ ਆਏ, ਦੋਨਾਂ ਨੇ ਇੱਕੋ ਇੱਕ ਏਜੰਡਾ ਲੈ ਕੇ ਇਹਦਾ ਕੋਝਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਔਰ ਸਾਰਾ ਦੋਸ਼ ਯਤਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਦੇ ਉੱਤੇ ਹੀ ਮੜਿਆ ਜਾਵੇ। ਔਰ ਉਹ ਕਾਫੀ ਹੱਦ ਤੱਕ ਆਪਣੀ ਇਸ ਪਰਸੈਪਸ਼ਨ ਨੂੰ ਫੈਲਾਉਣ 'ਚ ਕਾਮਯਾਬ ਹੋਏ, ਔਰ ਉਹਨਾਂ ਦੀ ਕਾਮਯਾਬੀ ਇਸ ਗੱਲ 'ਚ ਨਜ਼ਰ ਆਈ ਕਿ ਉਹਨਾਂ ਦੀ ਸਰਕਾਰ ਬਣੀ। ਜਿਸ ਵੇਲੇ ਪੰਜਾਬ 'ਚ ਲੱਗਦਾ ਸੀ ਕਿ ਆਮ ਵਿਅਕਤੀ ਕਹਿ ਰਹੇ ਸੀ ਕਿ ਕੇਜਰੀਵਾਲ ਦੀ ਸਰਕਾਰ ਬਣੂਗੀ, ਉਹ ਨਹੀਂ ਬਣ ਸਕੀ। ਪੰਜਾਬੀਆਂ ਨੇ ਉਸ ਮੌਕੇ ਦੇ ਉੱਤੇ ਇੱਕ ਨਬਜ਼ ਜ਼ਰੂਰ ਪਛਾਣੀ ਕਿ ਇਹ ਗਲਤ ਹੋ ਰਿਹਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ, ਕਿਉਂਕਿ ਜੋ ਉਹਦਾ ਇੱਕ ਔਰਾ ਬਣਿਆ ਸੀ, ਉਸ ਔਰੇ ਨੂੰ ਕੈਸ਼ ਕਰਦਿਆਂ ਉਹਨੇ ਵਾਅਦੇ ਕਰਨੇ ਸ਼ੁਰੂ ਕਰਤੇ। ਗੁਟਕਾ ਸਾਹਿਬ ਦੀ ਸਹੁੰ ਖਾ ਲਈ ਕਿ ਮੈਂ 4 ਹਫ਼ਤੇ ਨਸ਼ੇ ਖਤਮ ਕਰ ਦੂੰਗਾ, ਮੈਂ ਰੇਤਾ ਕੰਟਰੋਲ 'ਚ ਲੈ ਆਊਂਗਾ, ਮੈਂ ਪੰਜਾਬ 'ਚ ਜਿਹੜਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਵਿਗੜੀ ਹੈ ਉਹਨੂੰ ਮੈਂ ਕੰਟਰੋਲ 'ਚ ਕਰ ਲਊਂਗਾ, ਔਰ ਮੈਂ ਇਹਦਾ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਹੀ ਨੂੰ ਲੱਭ ਕੇ ਕਟਹਿਰੇ 'ਚ ਲੈ ਕੇ ਆਊਂਗਾ। ਉਹਦੇ ਤੇ ਪੰਜਾਬ ਨੇ ਭਰੋਸਾ ਕੀਤਾ ਤੇ ਉਹ ਭਰੋਸੇ ਦਾ ਹਾਲ ਇਹ ਆ ਕਿ ਅੱਜ 4 ਸਾਲ ਬੀਤ ਗਏ ਆ। ਸਰਕਾਰ ਨੇ CBI ਤੋਂ ਕੇਸ ਵਾਪਸ ਲੈ ਕੇ ਆਪਣੇ ਕੋਲੇ ਲਿਆ ਕੇ ਇੱਕ ਸਿੱਟ ਬਣਾਈ, ਉਮਰ ਵਿਜੇ ਪ੍ਰਤਾਪ ਸਿੰਘ ਦਾ ਹੈੱਡ ਲਾਇਆ ਤੇ ਉਹ ਹੈੱਡ ਲਾ ਕੇ ਜਾਂਚ ਰਿਪੋਰਟ ਬਣਾ ਕੇ ਅਦਾਲਤ ਵਿੱਚ ਪੇਸ਼ ਕਰਤੀ।
ਦੇਖੋ, ਅਸੀਂ ਜਿਸ ਸਿਸਟਮ 'ਚ ਰਹਿੰਦੇ ਆ, ਲਾ ਆਫ ਦੀ ਲੈਂਡ ਆ, ਜਿਹਨੂੰ ਇੰਪਲੀਮੈਂਟ ਕਰਨਾ ਅਸੀਂ ਸਮਝਦੇ ਹਾਂ ਕਿ ਜਦੋਂ ਸਰਵਉੱਚ ਅਦਾਲਤਾਂ ਵਿੱਚ ਚਲੇ ਗਿਆ, ਮਾਣਯੋਗ ਜੱਜ ਸਾਹਿਬ ਨੇ ਫੈਸਲਾ ਕਰਤਾ ਤਾਂ ਗੱਲ ਖਤਮ ਹੋ ਜਾਣੀ ਚਾਹੀਦੀ ਹੈ ਸਾਰੀ। ਲੇਕਿਨ ਅੱਜ ਦਾ ਸਮਾਂ, ਕਿਉਂਕਿ ਸੋਸ਼ਲ ਮੀਡੀਆ ਹਰੇਕ ਨੂੰ ਆਜ਼ਾਦੀ ਜ਼ਿਆਦਾ, ਉਹ ਜੱਜਾਂ ਦੇ ਵੀ ਕਿੰਤੂ ਪਰੰਤੂ ਹੁੰਦੇ ਆ, ਸਰਕਾਰਾਂ ਦੇ ਵੀ ਕਿੰਤੂ ਪਰੰਤੂ ਹੁੰਦੇ ਆ। ਜੇ ਉਹਨਾਂ ਦੀ ਬਣਾਈ ਹੋਈ ਸਿੱਟ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ ਰਿਪੋਰਟ, ਤੇ ਉਹਨੇ ਰੱਦ ਕਰ ਦਿੱਤੀ, ਤੇ ਇਹਦੇ ਵਿੱਚ ਸ਼ੱਕ ਦੇ ਦਾਇਰੇ 'ਚ ਕੌਣ ਆਉਂਦਾ? ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ, ਜਿਹੜੇ ਆਪਣਾ ਕੋਈ ਵੀ ਵਾਅਦਾ ਨਹੀਂ ਪੂਰਾ ਕਰ ਸਕੇ। ਔਰ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲਾਉਣ ਵਾਲੇ ਚਿਹਰੇ ਇੱਕ ਵਾਰੀ ਫਿਰ ਦੁਬਾਰਾ ਨੰਗੇ ਹੋਏ, ਫਿਰ ਝੂਠੇ ਹੋ ਗਏ। ਇਹਦੇ 'ਚ ਦੇਖੋ, ਇਹਦੇ ਸਰਕਾਰਾਂ ਦੀ ਗੱਲ ਨਹੀਂ ਆ ਰਹੀ, ਇਹ 'ਚ ਆ ਰਹੀ ਹੈ ਵੀ ਜਦੋਂ ਉਹੀ ਮਾਨਯੋਗ ਅਦਾਲਤ, ਪਹਿਲਾਂ ਕਹਿੰਦੇ ਸੀ ਉਹੋ ਜਿਹਾ ਅਫਸਰ ਮਾਨਯੋਗ ਜਿਹੜਾ ਇਮਾਨਦਾਰ ਹੋਵੇ, ਉਹਨੂੰ ਦਾ ਇੰਚਾਰਜ ਬਣਾਇਆ, ਉਹਦੇ ਕੋਲ ਸਿੱਟ ਦੀ ਜਿਹੜੀ ਜਾਂਚ ਕੀਤੀ ਜਾਵੇ। ਇਹ ਬਾਈਬਲ ਕਾਲਾ ਇੰਨਾ ਸੈਂਸਿਟਿਵ ਸੀਗਾ, ਤੇ ਹੁਣ ਅੱਜ ਉਹੀ ਅਫਸਰ, ਉਹੀ ਅਦਾਲਤ ਕਹਿ ਰਹੀ ਹੈ ਵੀ ਇਹਦੀ ਪੱਖ-ਪੱਖ ਕੀਤਾ ਇਹਨਾਂ ਨੇ। ਮੈਂ ਰਜੇਸ਼ ਮਹਿਰਾ ਜੀ ਇਹੀ ਬੇਨਤੀ ਕਰ ਰਿਹਾ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਅਦਾਲਤਾਂ ਉੱਪਰ ਵਿਸ਼ਵਾਸ ਹੈ, ਜੋ ਅਦਾਲਤਾਂ ਫੈਸਲਾ ਦੇਣਗੀਆਂ ਉਹ ਸਿਰ ਮੱਥੇ ਹੋਊਗਾ, ਤੇ ਹੁਣ ਅਸੀਂ ਅਦਾਲਤ ਦੇ ਦਿੱਤੇ ਫੈਸਲੇ ਨੂੰ ਵੀ ਨਹੀਂ ਮੰਨਣਾ ਚਾਹੁੰਦੇ। ਅਸੀਂ ਕਹਿੰਦੇ ਹੁਣ ਤਾਂ ਅਦਾਲਤ ਨੇ ਵੀ ਫੈਸਲਾ ਗਲਤ ਦਿੱਤਾ, ਜਦ ਕਿ ਨਾ ਤਾਂ ਅਦਾਲਤ ਦੇ ਫੈਸਲੇ ਦੇ ਵਿੱਚ ਕੋਈ ਅਕਾਲੀ ਦਲ ਦਾ ਕੋਈ ਰੋਲ ਹੈ। ਸਿੱਟ ਦੀ ਰਿਪੋਰਟ ਬਣੀ ਆ, ਸਵਿੱਟ ਦੀ ਰਿਪੋਰਟ ਕੀ ਹੈ? ਖੁਦ ਕਾਂਗਰਸ ਦੇ ਹੀ ਜਿਹੜੇ ਸਾਰੇ ਇਹਨਾਂ ਦੇ, ਚਾਹੇ ਜਾਖੜ ਸਾਹਿਬ ਨੇ, ਚਾਹੇ ਅੱਜ ਬਿੱਟੂ ਵੀ ਬੋਲਿਆ, ਉਹ ਕਹਿ ਰਿਹਾ ਕਿ ਰਿਪੋਰਟ ਜਨਤਕ ਕੀਤੀ ਜਾਵੇ, ਕਰ ਦਿੱਤੀ ਜਾਵੇ ਜਨਤਕ। ਪਰ ਜਨਤਕ ਕੀਤੀ ਰਿਪੋਰਟ ਕੀ ਹਾਈ ਕੋਰਟ ਉਸ ਰਿਪੋਰਟ ਨੂੰ ਮੰਨ ਰਹੀ ਹੈ? ਜੇ ਹਾਈ ਕੋਰਟ ਨੂੰ ਲੱਗਿਆ ਕਿ ਇਸ ਰਿਪੋਰਟ ਕੁਝ ਬਾਇਸਡ ਹੋਇਆ ਜਾਂ ਕੁਝ ਗਲਤ ਹੋਇਆ, ਉਹਨੇ ਰੱਦ ਕਰ ਦਿੱਤੀ ਹੈ। ਅਸੀਂ ਦੋ ਧਿਰਾਂ ਅਦਾਲਤ ਵਿੱਚ ਜਾਂਦੇ ਆ, ਇੱਕ ਧਿਰ ਕਹਿੰਦੀ ਆ ਕਿ ਮੇਰੇ ਨਾਲ ਜ਼ੁਲਮ ਹੋਇਆ, ਦੂਸਰੀ ਧਿਰ ਨੂੰ ਡਿਫੈਂਡ ਕਰਦੀ ਆ, ਤੇ ਜੱਜ ਸਾਹਿਬ ਜੋ ਅਖੀਰ 'ਚ ਡਿਸੀਜਨ ਦਿੰਦੇ ਅਸੀਂ ਉਹਦੇ ਮਾਈਂਡ ਹੋ ਕੇ ਵਾਪਸ ਆਉਂਦੇ ਆ ਨਾ। ਹੁਣ ਅਸੀਂ ਤਾਂ ਹਰ ਕੰਮ ਨੂੰ ਹੀ ਚੈਲੰਜ ਕਰ ਰਹੇ ਆ। ਇੱਕ ਜਿਹੜੀ ਉਹ ਪਰਸੈਪਸ਼ਨ ਬਣਾਈ ਆ ਕਿ ਹਰ ਹਾਲਤ ਦੇ ਵਿੱਚ, ਜਿਵੇਂ ਪਿੱਛੇ ਸਾਡੇ ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਿਹਾ ਸੀਗਾ ਕਿ ਇੱਕੋ ਇੱਕ ਫੈਸਲਾ ਭਾਈ, ਤੁਸੀਂ ਇੱਕ ਫੈਸਲਾ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਦੋਸ਼ੀ ਆ, ਫਿਰ ਸਾਰੇ ਸੈਟੀਸਫਾਈਡ ਨੇ, ਅਦਰਵਾਈਜ਼ ਕੋਈ ਵੀ ਜਾਂਚ ਕੁਛ ਵੀ ਕਰ ਲਓ, ਜੇ ਉਹਨਾਂ ਦੇ ਉਹ ਨਹੀਂ ਹੈਗੀ ਖਿਲਾਫ ਜਾਂਦੀ, ਫਿਰ ਉਹ ਜਾਂਚ ਰਿਪੋਰਟ ਗਲਤ ਆ, ਫਿਰ ਉਹ ਜੱਜ ਵੀ ਗਲਤ ਹੈ। ਮੁੱਦਾ ਕਿੱਥੇ ਆ? ਮੁੱਦਾ ਹੈਗਾ ਇੱਕ ਵਾਰੀ ਫਿਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਇਸੇ ਬਰਗਾੜੀ ਕਾਂਡ ਨੂੰ ਇੱਕ ਵਾਰੀ ਦੁਬਾਰਾ ਫਿਰ ਵਰਤ ਕੇ ਸੱਤਾ ਸੁੱਖ ਹਾਸਲ ਕਰਨਾ। ਉਹ ਸੱਤਾ ਸੁੱਖ ਹਾਸਲ ਕਰਕੇ ਕੀ ਪੰਜਾਬ ਦੇ ਜਿਹੜੇ ਬਾਕੀ ਦੇ ਮੁੱਦੇ ਨੇ, ਜਿਹੜੇ ਪੰਜਾਬ ਦੇ ਬਾਕੀ ਦੇ ਇਸ਼ੂ ਹੈ, ਕੀ ਉਹਨਾਂ ਕਿਸੇ ਇੱਕ ਵੀ ਇਸ਼ੂ ਦੀ ਭਰਪਾਈ ਹੋਈ ਹੈ? ਕੀ ਬੇਰੁਜ਼ਗਾਰੀ, ਕੀ ਆਪਣਾ ਜਿਹੜੀ ਸਾਡੀ ਬਿਜ਼ਨਸ ਡੇ ਬਾਈ ਡੇ ਡਾਊਨ ਜਾ ਰਿਹਾ, ਕਾਰੋਬਾਰ ਬੰਦ ਹੋ ਰਹੇ ਨੇ, ਕੀ ਲਾਅ ਐਂਡ ਆਰਡਰ, ਸੜਕਾਂ 'ਤੇ ਸ਼ਰੇਆਮ ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ, ਰੇਤਾ ਅਸਮਾਨ ਛੂਹ ਰਹੀਆਂ ਉਹਦੀਆਂ ਪ੍ਰਾਈਜ਼, ਤੇ ਜਿਹੜੇ ਡਰੱਗਸ ਦਾ ਨਸ਼ੇ ਆ ਉਸ ਤੋਂ ਵੀ ਵਧੇ ਪਏ ਨੇ। ਕਿਸਾਨਾਂ ਦਾ ਮੁੱਦਾ ਬਹੁਤ ਵੱਡਾ ਹੈ, ਔਰ ਸਾਰੇ ਜਿੰਨੇ ਵੀ ਹੁਣ ਦੇ ਮੁੱਦੇ ਚੱਕੇ ਜਾ ਰਹੇ ਆ, ਜੋ ਵੀ ਗੱਲਾਂ ਬਣਾਈਆਂ ਜਾ ਰਹੀਆਂ, ਉਹ ਇੱਕੋ ਇੱਕ ਗੱਲ ਹੈ ਕਿ ਕਿਸਾਨ ਮੂਵਮੈਂਟ ਨੂੰ ਕਿਸ ਤਰੀਕੇ ਨਾਲ ਪੇਜ 3 ਤੇ ਲਿਆਂਦਾ ਜਾਵੇ। ਹਰ ਕੋਈ ਪੇਜ 1 ਤੇ ਆ ਕੇ ਕਿਸਾਨ ਮੂਵਮੈਂਟ ਨੂੰ ਪੇਜ 3 ਤੇ ਲਿਆਉਣਾ ਚਾਹੁੰਦਾ ਹੈ, ਔਰ ਉਹ ਕੇਂਦਰ ਦੀ ਸਰਕਾਰ ਦੇ ਹੱਥ ਠੋਕੇ ਬਣ ਕੇ ਕਿਸਾਨ ਮੁੱਦੇ ਨੂੰ ਤਾਰ ਪੇਡੋ ਕਰਕੇ ਕਿਸੇ ਵੀ ਸਟੇਟ ਦੇ ਪੁਰਾਣੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਚੱਕ ਕੇ ਉਹ ਚਾਹੁੰਦੇ ਆ ਕਿ ਕਿਸਾਨ ਮੂਵਮੈਂਟ ਪਿੱਛੇ ਚੱਲ ਜਾਵੇ, ਪੰਜਾਬ ਦੇ ਹਿੱਤ ਪਿੱਛੇ ਚੱਲ ਜਾਣ। ਅਸੀਂ ਵਕਤੀ ਤੌਰ ਦੇ ਉੱਤੇ ਪਰਸੈਪਸ਼ਨ ਕ੍ਰੀਏਟ ਕਰਕੇ, ਕਿਉਂਕਿ 2022 'ਚ ਇਲੈਕਸ਼ਨ ਸਿਰ ਤੇ ਆ ਰਹੀ ਹੈ, ਹਰ ਇੱਕ ਬੰਦੇ ਨੂੰ ਲੱਗਦਾ ਕਿ ਅਸੀਂ ਇਸ ਮੁੱਦੇ ਨੂੰ ਸਹਿਜੇ ਕੈਸ਼ ਕਰ ਸਕਦੇ ਹਾਂ। ਇਸ ਤੋਂ ਬਿਨਾਂ ਕੋਈ ਪਲੈਨਿੰਗ ਨਹੀਂ ਦੇ ਰਹੇ, ਕੋਈ ਪ੍ਰੋਗਰਾਮ ਦੇ ਰਹੇ ਪੰਜਾਬ ਦੀ ਤਰੱਕੀ ਵਾਸਤੇ। ਪੰਜਾਬ ਦਾ ਯੂਥ ਸਾਡਾ ਬਾਹਰ ਜਾ ਰਿਹਾ, ਧੜਾ ਆਈਲੈਟ ਸੈਂਟਰ ਖੁੱਲ੍ਹੇ ਹੋਏ ਆ, ਉੱਥੋਂ ਬੱਚੇ ਸਾਡੇ ਵੀਜ਼ੇ ਲੈ ਕੇ ਬਾਹਰ ਜਾ ਰਹੇ ਆ, ਉਹਦੇ ਬਾਰੇ ਕਿਸੇ ਦਾ ਧਿਆਨ ਨਹੀਂ। ਇੱਕੋ ਹੀ ਮੁੱਦੇ ਨੂੰ ਬਾਰ-ਬਾਰ ਭੁਨਾ ਕੇ ਯਤਨ ਇਹ ਕੀਤਾ ਜਾ ਰਿਹਾ ਕਿ ਇੱਕ ਤਾਂ ਕਿਸਾਨ ਮੁੱਦਾ ਤਾਰਪੀਡੋ ਕਰ ਦਿੱਤਾ ਜਾਵੇ, ਦੂਜਾ ਪੰਜਾਬ ਦੇ ਯੂਥ ਦੀ ਕੋਈ ਵੀ ਬਾਂਹ ਨਾ ਫੜੇ, ਪੰਜਾਬ ਇਸੇ ਤਰੀਕੇ ਨਾਲ ਬਰਬਾਦ ਹੁੰਦਾ ਰਹੇ। ਦੇਖੋ, ਬਰਗਾੜੀ ਕਾਂਡ ਦੀ ਵੀ ਤੁਸੀਂ ਗੱਲ ਕੀਤੀ ਹੈ ਤੇ ਕਿਸਾਨ ਮੁੱਦੇ ਦੀ ਵੀ ਗੱਲ ਕੀਤੀ ਹੈ। ਬਰਗਾੜੀ ਕਾਂਡ ਦੇ ਵਿੱਚ ਲੋਕ ਇਹੀ ਕਹਿ ਰਹੇ ਨੇ, ਆਮ ਆਦਮੀ ਪਾਰਟੀ ਵੀ ਕਹਿੰਦੀ ਵੀ 1.5 ਸਾਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ, ਉਦੋਂ ਕਿਉਂ ਨਹੀਂ ਉਹਨਾਂ ਨੇ ਫੈਸਲੇ ਕੀਤਾ? ਹੁਣ ਅੱਜ ਗੱਲ ਆ ਰਹੀ ਹੈ ਵੀ ਜਿਹੜੇ 2 ਸਿੱਖ ਨੌਜਵਾਨ ਉੱਥੇ ਨਜਾਇਜ਼ ਮਾਰੇ ਗਏ ਵਿਚਾਰੇ, ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਇਹਦਾ ਮਤਲਬ ਜ਼ੀਰੋ ਤੋਂ ਦੁਬਾਰਾ ਸਟਾਰਟ ਹੋਏਗੀ ਸਿੱਟ, ਫਿਰ ਜਾਂਚ ਕਰੇਗੀ, ਫਿਰ ਅਗਲੇ ਇਲੈਕਸ਼ਨਾਂ ਦੇ ਵਿੱਚ ਉਹਦਾ ਫੈਸਲਾ ਹੋਏਗਾ, ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ? ਇਹਦਾ ਮਤਲਬ ਇਹ ਸਿਆਸੀ ਜਿਹੜੀ ਹੈ, ਇਹ ਸਾਰਾ ਕੁਝ ਭੇਂਟ ਚੜ੍ਹ ਗਿਆ। ਬਿਲਕੁਲ ਸਿਆਸਤ ਦੀ ਭੇਂਟ ਚੜ੍ਹਿਆ, ਕਿਉਂਕਿ ਸਿਆਸਤ ਹੀ ਕੀਤੀ ਗਈ। ਕਿੰਨਾ ਕੁ ਕੰਮ ਹੈ ਕਿਸੇ ਵੀ ਮੌਜੂਦਾ ਸਰਕਾਰ ਦੇ ਵਾਸਤੇ ਕਿ ਜੇ ਉੱਥੇ ਗੋਲੀ ਕਾਂਡ ਜਦੋਂ ਹੋਇਆ, ਸਾਡੇ ਉਹ 2 ਸਿੰਘ ਸ਼ਹੀਦ ਹੋਏ ਨੇ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਸ਼ਹੀਦਾਂ ਦੇ ਕਾਤਲਾਂ ਨੂੰ
ਕਿੰਨਾ ਕੁ ਟਾਈਮ ਆ ਕਿਤੇ ਲੱਭ ਕੇ ਲਿਆਉਣ ਦਾ? ਅੱਜ ਸੀਸੀਟੀਵੀ ਹੈ, ਹਰ ਚੀਜ਼ ਹੈ, ਪੁਲਿਸ ਕੀ ਤੇ ਕੀ ਨਹੀਂ ਕੱਢ ਲਿਆਉਂਦੀ। ਇਹ ਤਾਂ ਸਿਰਫ ਤੇ ਸਿਰਫ ਸਿਆਸਤ ਕਰਨ ਵਾਸਤੇ ਮੁੱਦੇ ਨੂੰ ਜਿਉਂਦਾ ਰੱਖਿਆ ਜਾ ਰਿਹਾ। ਸਿਆਸੀ ਟਾਰਗੇਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਇਹਨੂੰ ਟਾਰਗੇਟ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਛਵੀ ਨੂੰ ਲੋਕਾਂ 'ਚ ਮਾੜਾ ਰੱਖਿਆ ਜਾਵੇ, ਅਸੀਂ ਦੁਬਾਰਾ ਫਿਰ ਸੱਤਾ ਦਾ ਸੁੱਖ ਮਾਣ ਸਕੀਏ। ਚਲੋ ਜੇਕਰ ਆਪਾਂ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ 1.5 ਸਾਲ 'ਚੋਂ ਤੇ ਨਹੀਂ ਕੁਝ ਕੀਤਾ, ਹੁਣ ਜਿਹੜੇ ਉਸ ਚੀਜ਼ ਦੇ ਉੱਤੋਂ ਵੋਟਾਂ ਲੈ ਕੇ ਸੱਤਾ ਦਾ ਸੁੱਖ ਮਾਣ ਰਹੇ ਆ, ਸਾਰਾ ਗੜੀ ਫਾਰਮ ਹਾਊਸ 'ਚ ਬੈਠੇ ਨੇ, ਬਾਹਰ ਆ ਕੇ ਲੋਕਾਂ ਨੂੰ ਵੀ ਨਹੀਂ ਮਿਲ ਰਹੇ ਕੈਪਟਨ ਸਾਹਿਬ, ਇਹਨਾਂ ਦੇ ਉੱਤੇ ਕਿਹੜੀ ਪਾਬੰਦੀ ਸੀ ਜੀ? ਉਹ ਕਹਿੰਦੇ ਮੈਂ ਸੁਪਰੀਮ ਕੋਰਟ ਮੈਂ ਕਹਿੰਦਾ ਜੋ ਸੁਪਰੀਮ ਕੋਰਟ ਜਾਣ, ਕਿਸੇ ਇੰਟਰਨੈਸ਼ਨਲ ਕੋਰਟ 'ਚ ਜਾਣ, ਉਹ ਇਸ ਸਰਕਾਰ ਦੇ ਉੱਤੇ ਕੀ ਮਜਬੂਰੀ ਹੈ ਜੀ ਕਿ ਉਹ ਅਸਲ ਦੋਸ਼ੀ ਬਾਹਰ ਨਹੀਂ ਕੱਢ ਸਕੇ। ਗੱਲ ਇੰਨੀ ਕਹਾ ਕਿ ਅਸਲ ਦੋਸ਼ੀ ਬਾਹਰ ਜਿੱਦਣ ਕੱਢ ਦਿੱਤੇ ਗਏ ਉਸ ਦਿਨ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਕਿ ਸ਼੍ਰੋਮਣੀ ਅਕਾਲੀ ਦਲ ਚੋਂ ਪਾਕ ਸਾਫ਼ ਹੈ। ਕਿਉਂਕਿ ਇਹ ਦੇਖੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਇਸ ਕਰਕੇ ਨਹੀਂ ਦੋਸ਼ੀ ਬਾਹਰ ਕੱਢ ਰਹੇ ਤੇ ਕੈਪਟਨ ਔਰ ਸੁਖਬੀਰ ਬਾਦਲ ਦੀ ਇੱਕ ਹੈ, ਕਿਉਂਕਿ ਉਹਨਾਂ ਨੇ ਕੈਪਟਨ ਨੂੰ ਬਚਾਇਆ ਸੀ, ਹੁਣ ਉਹਨਾਂ ਨੂੰ ਬਚਾਉਣ ਲੱਗੇ। ਐਦਾਂ ਦੀ ਕੋਈ ਗੱਲ ਹੈ? ਆਮ ਆਦਮੀ ਪਾਰਟੀ ਹਮੇਸ਼ਾ ਇਹ ਅਪਣਾ ਰਹੀ ਹੈ। ਦੇਖੋ ਪੰਜਾਬ ਦੇ ਵਿੱਚ ਤੀਜੀ ਪਾਰਟੀ ਕਦੇ ਵੀ ਛੇਤੀ ਕਿਤੇ ਕਾਮਯਾਬ ਨਹੀਂ ਹੋਈ। ਆਮ ਆਦਮੀ ਪਾਰਟੀ ਇਸ ਗੱਲ ਕਰਕੇ ਥੋੜਾ ਉਹਨੇ ਆਪਣੀ ਮੋਮੈਂਟਮ ਗੇਨ ਬਣਾਇਆ ਕਿਉਂਕਿ ਲੋਕ ਕਿਸੇ ਦਾ ਕਿਸੇ ਜਗ੍ਹਾ ਐਸਟੈਬਲਿਸ਼ਡ ਪਾਰਟੀਆਂ ਤੋਂ ਆਵਾਜ਼ਾਰ ਹੋ ਰਹੇ ਨੇ ਆਪਣੇ ਪੁਰਾਣੇ ਮੁੱਦਿਆਂ ਕਰਕੇ, ਇਸ ਮੁੱਦੇ ਕਰਕੇ ਨਹੀਂ। ਲੇਕਿਨ ਉਹਨਾਂ ਨੂੰ ਇੱਕ ਗੱਲ ਪਤਾ ਕਿ ਪੰਜਾਬ ਦੀ ਜਿਹੜੀ ਵੱਡੀ ਨੁਮਾਇੰਦਾ ਜਮਾਤ ਆ ਸ਼੍ਰੋਮਣੀ ਅਕਾਲੀ ਦਲ, ਉਹਨੂੰ ਲੋਕਾਂ 'ਚੋਂ ਤੋੜਨ ਲਈ, ਉਹਨੂੰ ਡੀਫੇਮ ਕਰਨ ਦੇ ਲਈ ਇਸ ਮੁੱਦੇ ਨੂੰ ਜਿੰਨਾ ਜਿਉਂਦਾ ਰੱਖਿਆ ਜਾਵੇ, ਜਿੰਨਾ ਲੰਬਾ ਸਮਾਂ ਜਿਉਂਦਾ ਰੱਖਿਆ ਜਾਵੇ, ਇਹਨਾਂ ਲੋਕਾਂ ਦੀ ਸਿਆਸੀ ਰੋਟੀ ਸੇਕੀ ਜਾਂਦੀ ਹੈ। ਨਹੀਂ ਤਾਂ ਅਸਲ ਦੋਸ਼ੀਆਂ ਨੂੰ ਫੜਨਾ, ਅਸਲ ਦੋਸ਼ੀਆਂ ਫੜ ਕੇ ਸਜ਼ਾ ਦੇਣੀ, ਮੈਂ ਸਮਝਦਾ ਕਿ 10 ਦਿਨ ਦਾ ਵੀ ਕੰਮ ਨਹੀਂ ਹੈ। ਨਵਜੋਤ ਸਿੱਧੂ ਜੋ ਕਹਿ ਰਹੇ ਆ, ਅੱਜ ਮੰਚ ਤੇ ਕਹਿ ਰਹੇ ਆ, ਪ੍ਰੈਸ ਕਾਨਫਰੰਸ ਕਰ ਰਹੇ ਆ, ਪਹਿਲਾਂ ਵੀ ਕਹਿੰਦੇ ਸੀ, ਸਟੇਜਾਂ ਤੇ ਵੀ ਕਹਿੰਦੇ ਸੀ, ਪਹਿਲਾਂ 75-25 ਦੀ ਗੱਲ ਹੋ ਰਹੀ ਸੀ, ਹੁਣ ਉਹ ਬਿਲਕੁਲ ਹੀ ਕਿਹਨੂੰ ਕਹਿੰਦੇ ਨਾ ਜਿੱਦਾਂ ਪੰਜਾਬੀ 'ਚ ਥੈਲੇ ਤੋਂ ਬਾਹਰ ਆ ਗਈ ਬਿੱਲੀ, ਹੁਣ ਤਾਂ ਉਹ ਸਿੱਧੋ ਸਿੱਧੀ ਹੋ ਗਏ ਕੈਪਟਨ ਸਾਹਿਬ ਨਾਲ। ਉਹ ਤਾਂ ਕਹਿ ਰਹੇ ਨੇ ਵੀ ਹੁਣ ਜੋ ਮੈਂ ਕਹਿ ਰਿਹਾ ਸੀਗਾ ਝੋਲੀ ਅੱਡ ਕੇ ਵੀ ਵਿਧਾਨ ਸਭਾ 'ਚ ਕਹਿ ਰਿਹਾ ਸੀਗਾ, ਇਹਦਾ ਮਤਲਬ ਸਰਕਾਰ ਤੇ ਆਪਣੀ ਸਰਕਾਰ ਤੋਂ ਲਾ ਰਹੇ ਹੋ। ਸਹੀ ਗੱਲ ਕਹਿ ਰਹੇ ਨਵਜੋਤ ਸਿੱਧੂ ਸਾਹਿਬ ਕਿੰਨਾ ਸਮਾਂ ਸਰਕਾਰ 'ਚ ਰਹੇ, ਮੰਤਰੀ ਬਣ ਕੇ ਰਹੇ, ਸੁਪਰ ਪਾਵਰ 'ਚ ਰਹੇ, ਨੰਬਰ 2 ਦੇ ਵਜ਼ੀਰ ਦੀ ਕੁਰਸੀ ਤੇ ਰਹੇ। ਉਹ ਕਿਉਂ ਨਹੀਂ ਆਪਣੀ ਸਰਕਾਰ ਦੇ ਵਿੱਚ ਬੈਠ ਕੇ ਆਪਣੀ ਸਰਕਾਰ ਕੋਲੋਂ ਕੰਮ ਕਰਾ ਸਕੇ? ਉਸ ਤੋਂ ਬਾਅਦ ਉਹ ਅਗਿਆਤਵਾਸ 'ਚ ਚਲੇ ਗਏ। ਅਗਿਆਤਵਾਸ ਤੋਂ ਬਾਹਰ ਆਉਣ ਦੇ ਲਈ 2022 ਦੀ ਇੰਤਜ਼ਾਰ ਕੀਤੀ ਜਾ ਰਹੀ ਹੈ। ਹੁਣ 2022 ਜਦੋਂ ਨੇੜੇ ਆ ਗਿਆ ਤਾਂ ਨੇੜੇ ਆ ਕੇ ਅਸੀਂ ਆਪਣੀ ਇੱਕ ਪਰਸੈਪਸ਼ਨ ਕ੍ਰੀਏਟ ਕਰਵਾ ਰਹੇ ਹਾਂ। ਉਹ ਕ੍ਰੀਏਟ ਕਰਾ ਕੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਾਂਗੇ। ਪੰਜਾਬ ਨਾਲ ਸਰੋਕਾਰ ਕਿਸੇ ਦਾ ਵੀ ਨਹੀਂ ਮਹਿਰਾ ਸਾਹਿਬ, ਕੇਵਲ ਤੇ ਕੇਵਲ ਆਪਣਾ ਮਫਾਦ ਹੈ। ਨਜ਼ਰ ਆ ਰਹੀ ਆ ਕਿ ਸ਼ਾਇਦ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ, ਕਿਤੇ ਕਿਤੇ ਕੰਸੋਆਂ ਇਹ ਮਿਲਦੀਆਂ ਕਿ ਉਸ ਪਾਰਟੀ ਨਾਲ ਗੱਠਜੋੜ ਹੋਊਗਾ, ਉਸ ਪਾਰਟੀ ਨਾਲ ਗੱਠਜੋੜ ਹੋਊਗਾ। ਤਲਾਸ਼ ਕੀਤੀ ਜਾ ਰਹੀ ਆ ਸਿਆਸੀ ਜ਼ਮੀਨ, ਲੇਕਿਨ ਮੁੱਦਾ ਰੱਖਿਆ ਜਾ ਰਿਹਾ ਇੱਕੋ ਹੀ ਕਿਉਂਕਿ ਇਹਦੇ ਨਾਲ ਸਿੱਖ ਭਾਵਨਾਵਾਂ ਜੁੜੀਆਂ ਹੋਈਆਂ ਨੇ। ਤੁਹਾਨੂੰ ਲੱਗਦਾ ਨਵਜੋਤ ਸਿੱਧੂ ਆਪਣੀ ਨਵੀਂ ਪਾਰਟੀ ਬਣਾਊ, ਕਾਂਗਰਸ ਨੂੰ ਛੱਡ ਜਾਊ? ਮੈਂ ਕਿਸੇ ਵੇਲੇ ਇਹ ਪ੍ਰੈਡਿਕਟ ਨਹੀਂ ਕਰ ਸਕਦਾ, ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ, ਜਿਸ ਤਰ੍ਹਾਂ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਜੀ ਪੋਲਰਾਈਜੇਸ਼ਨ ਕਰ ਰਹੇ ਆ ਵੋਟ ਦਾ। ਤੁਸੀਂ ਦੱਸੋ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਬੰਗਾਲ ਦੇ ਵਿੱਚ ਇਲੈਕਸ਼ਨ ਹੈ ਤੇ ਉੱਥੇ ਬਹੁਤ ਗਿਣਤੀ ਮਤੂਆ ਸਮੁਦਾਇ ਦੀ ਆ। ਮਤੂਆ ਸਮੁਦਾਇ ਦੀ ਆਸਥਾ ਦਾ ਕੇਂਦਰ ਮੰਦਰ ਡਿਵੀਜ਼ਨ ਤੋਂ ਪਹਿਲਾਂ ਦਾ ਚੱਲ ਰਿਹਾ ਆ ਬੰਗਲਾਦੇਸ਼ ਦੇ ਵਿੱਚ। ਪ੍ਰਧਾਨ ਮੰਤਰੀ ਸਰਕਾਰੀ ਤੰਤਰ ਵਰਤ ਕੇ ਸਰਕਾਰੀ ਖਰਚੇ ਦੇ ਉੱਤੇ ਉਸ ਮਤੂਆ ਸਮੁਦਾਇ ਦੇ ਮੰਦਰ ਜਾ ਕੇ ਮੱਥਾ ਟੇਕ ਆਉਂਦੇ ਆ। ਮੈਂ ਕਹਿੰਦਾ ਜੀ ਉੱਥੇ ਮੱਥਾ ਟੇਕਣ ਨਾਲੋਂ 3 ਤੋਂ 4% ਵੋਟ ਵੀ ਪ੍ਰਭਾਵਿਤ ਕਰ ਜਾਣ ਤੇ ਬੀਜੇਪੀ ਸਰਕਾਰ ਬਣਾ ਜੂਗੀ। ਕੀ ਇਹ ਸਾਡੇ ਜਿਹੜੇ ਮਾਡਲ ਕੋਡ ਆਫ ਕੰਡਕਟ ਹੈ ਉਹਦੀ ਉਲੰਘਣਾ ਨਹੀਂ? ਸਰਕਾਰੀ ਖਰਚਾ ਕਰਕੇ ਇੱਕ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕੀਤੀਆਂ ਜਾ ਰਹੀਆਂ। ਉਹੀ ਪਾਲਿਸੀ ਇਹ ਚੱਲ ਰਹੀ ਹੈ ਪੰਜਾਬ ਦੇ ਵਿੱਚ। ਧਰਮ ਦੀ ਨਾਲ ਰਾਜਨੀਤੀ ਦੀ ਗੱਲ ਕਰ ਬਿਲਕੁਲ 100% ਜਿਹੜੇ ਲੋਕ ਆਪਣੇ ਆਪ ਨੂੰ ਸੈਕੂਲਰ ਕਹਾਉਂਦੇ ਆ ਉਹ ਲੋਕ ਹੀ ਧਰਮ ਦੀ ਰਾਜਨੀਤੀ ਕਰ ਰਹੇ ਆ। ਜਿਹੜੇ ਲੋਕ ਕਹਿ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਅਲੱਗ-ਅਲੱਗ ਹੋਣੀ ਚਾਹੀਦੀ ਆ, ਉਹੀ ਲੋਕ ਆਪਣਾ ਹਿਡਨ ਏਜੰਡਾ ਬਣਾ ਕੇ ਧਰਮ ਦੀ ਰਾਜਨੀਤੀ ਕਰਕੇ ਰਾਜਨੀਤਿਕ ਸੱਤਾ ਤੇ ਸਵਾਰ ਹੋਣਾ ਚਾਹੁੰਦੇ ਆ। ਪੰਜਾਬ ਦੀ ਬਿਹਤਰੀ ਦੀ, ਪੰਜਾਬ ਦੇ ਉੱਜੜ ਰਹੇ ਉਦਯੋਗਾਂ ਦੀ ਬਿਹਤਰੀ, ਪੰਜਾਬ ਦੀ ਉੱਜੜ ਰਹੀ ਜਵਾਨੀ ਦੀ ਬਿਹਤਰੀ ਲਈ, ਪੰਜਾਬ ਨੂੰ ਨਸ਼ਿਆਂ ਦੇ ਘੁਣ ਲੱਗੀ, ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੇ ਵਾਤਾਵਰਣ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਦੇ ਲਈ ਕਿਸ ਪਾਰਟੀ ਨੇ ਕਿਹੜਾ ਏਜੰਡਾ ਲੈ ਕੇ ਆਂਦਾ, ਪੰਜਾਬ ਦੀ ਡਿਵੈਲਪਮੈਂਟ ਦੀ ਕਿਹੜਾ ਏਜੰਡਾ ਲਿਆਂਦਾ? ਗੱਲ ਤਾਂ ਇਹ ਨਹੀਂ ਹੋਣੀ ਚਾਹੀਦੀ ਹੈ। ਦੇਖੋ, ਮੈਂ ਜਗਬੀਰ ਸਿੰਘ ਸੋਖੀ ਕਰ ਬੜੀ ਸਪਸ਼ਟ ਕਰਨੀ ਚਾਹੁੰਦਾ, ਉਹ ਰਾਜਨੀਤੀ ਅੱਜ ਭਾਰੂ ਹੈ ਕਿ ਮੈਂ ਆਪਣੇ ਵਿਰੋਧੀ ਦੇ ਨਿੱਜੀ ਕਿਰਦਾਰ ਤੇ ਚੱਕਰ ਸੁੱਟ ਦੇਵਾਂ, ਲੋਕਾਂ ਨੂੰ ਵਕਤੀ ਤੌਰ ਦੇ ਉੱਤੇ ਮੈਂ ਇੱਕ ਗੌਸਿਪ ਕਾਲਮ ਦੇ ਦੇਵਾਂ, ਮੇਰਾ ਵਿਰੋਧੀ ਮੇਰੇ ਨਿੱਜੀ ਕਿਰਦਾਰ ਤੇ ਚੱਕਰ ਸੁੱਟੇ। ਸੋਸ਼ਲ ਮੀਡੀਆ 'ਤੇ ਇਹੀ ਕੁਝ ਚੱਲਦਾ।
ਲੋਕ ਉਹਦੇ 'ਚੋਂ ਕੁਝ ਸਮੇਂ ਲਈ ਸਵਾਦ ਲੈਣ ਤੇ ਵਿੱਚੋਂ ਕੋਈ ਇੱਕ ਜਣਾ ਆਪਣਾ ਮਫਾਦ ਲੈ ਕੇ ਰਾਜਨੀਤਿਕ ਸੱਤਾ ਦੇ ਸੁੱਖ ਤੇ ਚੜ੍ਹ ਜਾਵੇ। ਮੈਂ ਇਹ ਨਹੀਂ ਕਰਨਾ ਚਾਹੁੰਦਾ। ਰਾਜਨੀਤਿਕ ਫੀਲਡ ਵਿੱਚ ਆਉਣਾ, ਇਹ ਕਹਿਣਾ ਕਿ ਅਸੀਂ ਸੇਵਾ ਕਰਨੀ ਆ, ਫਿਰ ਜਿਸ ਇਲਾਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜਾਂ ਤੁਸੀਂ ਰਿਪਰੈਜ਼ੈਂਟ ਕਰਨਾ ਹੈ ਜਾਂ ਜਿਸ ਸੂਬੇ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਹੈ, ਉੱਥੋਂ ਦੀਆਂ ਲੋੜਾਂ ਕੀ ਹੈ, ਉੱਥੋਂ ਦੇ ਆਮ ਆਵਾਮ ਦੀ ਜ਼ਿੰਦਗੀ ਕਿਵੇਂ ਸੌਖੀ ਹੋ ਸਕਦੀ ਹੈ, ਆਮ ਆਵਾਮ ਡਰ ਖੌਫ ਤੋਂ ਬਿਨਾਂ ਕਿਵੇਂ ਸੜਕਾਂ ਤੇ ਵਿਚਰ ਸਕਦਾ ਹੈ, ਕਿਵੇਂ ਆਪਣਾ ਬਿਜ਼ਨਸ ਅੱਗੇ ਕਰ ਸਕਦਾ, ਕਿਵੇਂ ਰੁਜ਼ਗਾਰ ਆ ਸਕਦੇ ਆ, ਇਹ ਕੰਮ ਕਰਨ ਦੀ ਲੋੜ ਹੈ। ਜਦੋਂ ਸਾਡੇ ਸੱਤਾ ਦੇ ਉੱਤੇ ਬਿਰਾਜਮਾਨ ਲੀਡਰ ਸਾਹਿਬਾਨਾਂ ਕੋਲੋਂ ਇਹ ਡਿਲੀਵਰੀ ਨਹੀਂ ਹੁੰਦੀ, ਉਹ ਕਰਪਸ਼ਨ ਗਲਤਾਨ ਹੋਏ ਹੁੰਦੇ ਆ, ਫਿਰ ਉਹ ਕੋਈ ਨਾ ਕੋਈ ਧਾਰਮਿਕ ਮੁੱਦਾ, ਕੋਈ ਨਾ ਕੋਈ ਖੇਤਰੀ ਮੁੱਦਾ ਜਿਹਦੇ ਨਾਲ ਫਿਰਕੂ ਭਾਵਨਾਵਾਂ ਭੜਕ ਸਕਣ, ਉਹਨਾਂ ਨੂੰ ਭੜਕਾ ਕੇ ਸੱਤਾ ਦੇ ਉੱਤੇ ਸਵਾਰ ਹੁੰਦੇ ਆ ਕੇ ਘੋੜੇ ਦੇ ਉੱਤੇ ਆਪਣੀਆਂ ਰਾਸੀ ਚਲੋ ਤੁਸੀਂ ਦੱਸੋ, ਕਿਸਾਨਾਂ ਦੀ ਅਸਲ ਬਹੁਤ ਵੱਡਾ ਵੋਟ ਬੈਂਕ ਹੈ, ਕਿਸਾਨਾਂ ਦਾ ਅੰਦੋਲਨ ਅਸਲ ਚੱਲ ਰਿਹਾ। ਬੀਜੇਪੀ ਅਸਲੇ ਪੰਜਾਬ ਦੇ ਵਿੱਚ ਬੈਕਵਰਡ ਤੇ ਆਮ ਦੇਖਿਆ ਜਾ ਰਿਹਾ। ਕੀ ਅਕਾਲੀ ਦਲ ਨੂੰ ਇਹਨਾਂ ਕਿਸਾਨ ਅੰਦੋਲਨ 'ਚ ਫਾਇਦਾ ਹੈ? ਹਮੇਸ਼ਾ ਸੁਖਬੀਰ ਬਾਦਲ ਜੀ ਕਹਿੰਦੇ ਵੀ ਅਸੀਂ ਹਮੇਸ਼ਾ ਅਸੀਂ ਹਾਣੀ ਹੈ ਕਿਸਾਨਾਂ ਦੇ। ਦੇਖੋ, ਇੱਕ ਗੱਲ ਤਾਂ ਬੜੀ ਸਪਸ਼ਟ ਆ ਕਿ ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਜੇ MSP ਹਿੰਦੁਸਤਾਨ 'ਚ ਲਾਗੂ ਹੋਈ ਤਾਂ ਮੇਰੀ ਗੱਲ ਜੇ ਕਿਤੇ ਕੋਈ ਝੂਠ ਲੱਗੇ, ਨੈੱਟ ਖੋਲ ਲਓ, ਰਿਕਾਰਡ ਲੈ ਲਓ, RTA ਲੈ ਲਓ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ MSP ਤੇ ਆਪਣੀਆਂ ਮੰਡੀਆਂ। ਪੰਜਾਬ ਤੋਂ ਬਾਅਦ ਇਹ ਹਰਿਆਣੇ 'ਚ ਆਈਆਂ, ਫਿਰ ਬਿਹਾਰ 'ਚ ਆਈਆਂ। 2006 'ਚ ਬਿਹਾਰ ਨੇ ਆਪਣੀਆਂ ਮੰਡੀ ਸਿਸਟਮ ਤੇ MSP ਬੰਦ ਕਰਤੀ ਤੇ ਅੱਜ ਪਹਿਲਾਂ ਝੋਨਾ ਤੇ ਹੁਣ ਕਣਕ ਬਾਹਰਲੇ ਸਟੇਟਾਂ 'ਚੋਂ ਅੱਗੇ ਪੰਜਾਬ 'ਚ ਕਿਉਂ ਵਿਕ ਰਹੀ ਹੈ? ਫਿਰ ਕੁਝ ਕਾਰਨ ਤਾਂ ਹੈ ਨਾ। ਇਹਦਾ ਮਤਲਬ MSP ਪ੍ਰਭਾਵਸ਼ਾਲੀ ਸੀ। ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਅਕਾਲੀ ਦਲ ਦੇ ਉੱਤੇ ਤਾਂ ਇਹਨਾਂ ਗੱਲਾਂ ਦੇ ਦੋਸ਼ ਲੱਗਦੇ ਨੇ। ਮੌਜੂਦਾ ਸਰਕਾਰ ਜਿਹੜੀ ਕੇਂਦਰ 'ਚ ਬੈਠੀ ਹੈ, ਉਹ ਪਾਰਲੀਮੈਂਟ ਤੱਕ ਇੰਨੀ ਗੱਲ ਕਹਿਣ ਨੂੰ ਤਿਆਰ ਹੈ ਕਿ MSP ਥੀ, MSP ਹੈ, MSP ਰਹੇਗੀ, ਲੇਕਿਨ ਉਹ ਕਿਸਾਨਾਂ ਦੀ ਮੰਗ ਮੰਨਣ ਨੂੰ ਤਿਆਰ ਨਹੀਂ। 450 ਦੇ ਕਰੀਬ ਉੱਥੇ ਸਾਡੇ ਕਿਸਾਨ ਸ਼ਹਾਦਤਾਂ ਦੇ ਚੁੱਕੇ। ਸਾਰੀਆਂ ਮੰਗਾਂ ਮੰਨ ਲਈਆਂ, ਅਸੀਂ 1.5 ਸਾਲ ਲਈ ਉਹਨੂੰ ਐਕਸਪੈਂਡ ਵੀ ਕਰ ਦਿੰਦੇ ਆ ਵੀ ਲਓ ਜੀ 1.5 ਸਾਲ ਲਈ ਨਹੀਂ ਹੋ ਸਕਦਾ। ਕਿਸਾਨਾਂ ਦੀ ਮੰਗ ਕੀ ਹੈ ਜੀ? ਉਹ ਕਹਿੰਦੇ ਰੱਦ ਕਰੋ। ਕਾਨੂੰਨ ਕਿਹਦੇ ਵਾਸਤੇ ਬਣਾਏ ਜਾਂਦੇ ਹੁੰਦੇ ਮੇਰਾ ਸਾਹਿਬ? ਪਬਲਿਕ ਵਾਸਤੇ। ਜਿਸ ਵਿਅਕਤੀ ਨੂੰ ਪਬਲਿਕ ਨੇ ਚੁਣਿਆ, ਜਿਸ ਸਰਕਾਰ ਨੂੰ ਪਬਲਿਕ ਨੇ ਚੁਣਿਆ, ਡੈਮੋਕ੍ਰੇਸੀ ਇਜ਼ ਫਾਰ ਦਾ ਪੀਪਲ ਬਾਏ ਦਾ ਪੀਪਲ, ਇਹਨੂੰ ਲੈ ਕਿੱਧਰ ਨੂੰ ਗਏ? ਜਿਹੜੇ ਲੋਕਾਂ ਦੇ ਲਈ ਲੋਕਤੰਤਰ ਆ, ਉਹ ਲੋਕ ਕਹਿੰਦੇ ਸਾਨੂੰ ਨਹੀਂ ਚਾਹੀਦਾ, ਅਸੀਂ ਕਹਿ ਰਹੇ ਹਾਂ ਤੁਹਾਡੇ ਭਲੇ ਦੀ ਗੱਲ ਹੈ ਜੀ। ਲੋਕ ਕਹਿੰਦੇ ਸਾਨੂੰ ਨੋਟਬੰਦੀ ਨਹੀਂ ਚਾਹੀਦੀ, ਤੁਹਾਨੂੰ ਨਹੀਂ ਪਤਾ, ਤੁਹਾਡੇ ਭਲੇ ਦੀ ਗੱਲ ਹੈ। ਲੋਕ ਕਹਿੰਦੇ ਸਾਨੂੰ GST ਜਿਸ ਸ਼ੇਪ 'ਚ ਲਿਆਂਦਾ ਨਹੀਂ ਚਾਹੀਦਾ, ਨਹੀਂ ਕਹਿੰਦੇ ਤੁਹਾਨੂੰ ਨਹੀਂ ਪਤਾ, ਤੁਹਾਡੇ ਭਲੇ ਦੀ ਗੱਲ ਹੈ। ਕੋਈ ਬਿੱਲ ਲੈ ਕੇ ਆਉਂਦੇ ਆ, CA ਲੈ ਆਏ, NRC ਲੈ ਆਏ, ਲੋਕ ਕਹਿੰਦੇ ਸਾਨੂੰ ਨਹੀਂ ਚਾਹੀਦੀ, ਕਹਿੰਦੇ ਤੁਹਾਡੇ ਭਲੇ ਦੀ ਗੱਲ ਹੈ। ਕਿਸਾਨ ਕਾਨੂੰਨ ਲੈ ਕੇ ਆ ਗਏ, ਨਹੀਂ ਕਹਿੰਦੇ ਤੁਹਾਡੇ ਭਲੇ ਦੀ ਗੱਲ ਹੈ। ਉਹ ਕੱਲ੍ਹ ਨੂੰ ਸਾਡੇ ਸਾਹ ਲੈਣ ਤੋਂ ਤੇ ਪਾਬੰਦੀ ਲਾ ਦੇਣਗੇ। ਉਹ ਕਹਿਣਗੇ ਜੀ ਤੁਸੀਂ ਇਹ ਫਲਾਣੀ ਅਡਾਨੀ ਅੰਬਾਨੀ ਦੀ ਕੰਪਨੀ ਤੋਂ ਆਕਸੀਜਨ ਸਿਲੰਡਰ ਲਾਓਗੇ ਤਾਂ ਤੋਂ ਸੜਕ 'ਤੇ ਨਿਕਲਦਾ। ਅਸੀਂ ਕਹਾਂਗੇ ਸਾਨੂੰ ਸਾਹ ਵੈਸੇ ਨਹੀਂ, ਤੁਸੀਂ ਸਾਹ ਸਿਰਫ ਉੱਥੋਂ ਲਓ। ਆ ਸਾਡਾ ਲੋਕਤੰਤਰ ਹੈ ਕਿ 5 ਸਾਲ ਹੀ ਰਹੂਗਾ ਨਾ। ਨੈਕਸਟ ਜੇ ਲੋਕ ਦੁਖੀ ਹੋਣਗੇ ਤਾਂ ਉਹਨਾਂ ਦੀ ਪਾਲਿਸੀ ਨਹੀਂ ਪਸੰਦ ਆਉਣਗੇ, ਦੂਸਰੀ ਸਰਕਾਰ ਚੁਣਨਗੇ। ਮੇਰਾ ਕਹਿਣ ਦਾ ਮਤਲਬ ਹੈ ਵੀ ਇਸ ਤਰੀਕੇ ਨਾਲ ਜੇ ਤੁਸੀਂ ਸੇਵਾ ਦੀ ਗੱਲ ਕੀਤੀ ਹੈ, ਅੱਜ ਬਹੁਤ ਵੱਡੀਆਂ ਗੱਲਾਂ ਹੋਈਆਂ। ਕੁੰਵਰ ਵਿਜੇ ਪ੍ਰਤਾਪ ਨੇ ਗੱਲ ਕਿਹਾ ਵੀ ਮੈਂ ਸਮਾਜ ਦੀ ਸੇਵਾ ਕਰਨਾ ਚਾਹੁੰਦਾ। ਕਹਿੰਦਾ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲਿਆ ਤਾਂ ਕਿ ਮੇਰਾ ਰਿਜ਼ਾਈਨ ਉਹਨਾਂ ਨੇ ਐਕਸੈਪਟ ਕਰ ਲਿਆ। ਉਹ ਕੀ ਇਹ ਰਾਜਨੀਤੀ 'ਚ ਆਉਣਾ ਚਾਹੁੰਦੇ ਆ? ਕਿਉਂਕਿ ਇਸ ਵੇਲੇ ਇੱਕ ਨਵਜੋਤ ਕੌਰ ਸਿੱਧੂ ਨੇ ਵੀ ਗੱਲ ਬਹੁਤ ਵੱਡੀ ਕਹਿਤੀ ਹੈ ਵੀ ਐਸੇ ਲੋਕਾਂ ਦੀ ਜ਼ਰੂਰਤ ਆ ਜਿਹੜੇ ਇਮਾਨਦਾਰ ਆ, ਜਿਨ੍ਹਾਂ ਦੀ ਛਵੀ ਅੱਛੀ ਆ, ਔਰ ਪੰਜਾਬ ਦੇ ਅੰਦਰ ਹੋਮ ਮਿਨਿਸਟਰੀ ਤੱਕ ਦਾ ਅਹੁਦਾ ਉਹਨਾਂ ਨੂੰ ਮਿਲਣਾ ਚਾਹੀਦਾ ਜੇ ਉਹ ਸਿਆਸਤ 'ਚ ਆਉਣਾ ਚਾਹੁੰਦੇ, ਸਹੀ ਮੈਨੇਜ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ। ਤੁਸੀਂ ਮੰਨਦੇ ਇਸ ਗੱਲ ਨੂੰ ਵੀ ਇੱਕ IPS ਅਫਸਰ, IG ਲੈਵਲ ਦੇ ਅਫਸਰ ਨੂੰ ਇਸ ਵੇਲੇ ਰਾਜਨੀਤਿਕ 'ਚ ਆ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ? ਹਿੰਦੁਸਤਾਨ ਦਾ ਸੰਵਿਧਾਨ ਹਰ ਇੱਕ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਰਾਜਨੀਤਿਕ ਪਿੜ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੈ, ਲੇਕਿਨ ਜਿੱਥੋਂ ਤੱਕ ਗੱਲ ਅਸੀਂ ਕਹੀਏ ਪਰਟੀਕੂਲਰ ਕਿਸੇ ਵਿਅਕਤੀ ਦੀ, ਜੇ ਉਹ ਵਿਅਕਤੀ ਦੀ ਰਿਪੋਰਟ ਬੜੀ ਇਮਾਨਦਾਰਾਨਾ ਬਣਾਈ ਗਈ ਹੈ, ਫਿਰ ਜੱਜ ਸਾਹਿਬ ਨੇ ਰੱਦ ਕਿਉਂ ਕੀਤੀ? ਇਹਦਾ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮਾਣਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਦਾ ਜਿਹੜਾ ਇਮਾਨਦਾਰਾਂ ਰਵੱਈਆ ਉਹ ਸਹੀ ਨਹੀਂ ਹੈਗਾ, ਉਹ ਇਮਾਨਦਾਰ ਨਹੀਂ ਹੈਗੇ ਆ। ਇੱਕ ਵਿਅਕਤੀ ਇਮਾਨਦਾਰ ਆ, ਤੇ ਜੇ ਉਹ ਵਿਅਕਤੀ ਇਮਾਨਦਾਰ ਆ ਫਿਰ ਉਹਦੀ ਰਿਪੋਰਟ ਹਾਈ ਕੋਰਟ ਨੇ ਰੱਦ ਕਿਉਂ ਕਰਤੀ? ਜੱਜ ਸਾਹਿਬਾਨ ਨੇ ਰੱਦ ਕੀਤੀ ਆ, ਜਿਨ੍ਹਾਂ ਨੂੰ ਅਸੀਂ ਸੁਪਰੀਮ ਸਮਝਦੇ ਹਾਂ ਕਿ ਜਾਂ ਤਾਂ ਉੱਪਰ ਅੱਲਾਹ ਤਾਲਾ ਮਾਲਕ ਇਨਸਾਫ ਕਰਦਾ, ਉਸ ਤੋਂ ਬਾਅਦ ਧਰਤੀ ਦੇ ਉੱਤੇ ਜੱਜ ਇਨਸਾਫ ਕਰਦੇ ਆ। ਇਹ ਕੰਟਰਾਡਿਕਟ ਹੈ। ਮੇਰੀ ਛਵੀ ਇਮਾਨਦਾਰ ਆ,
ਲੇਕਿਨ ਮੇਰੀ ਛਵੀ ਨੂੰ ਖਰਾਬ ਕੀਤਾ ਗਿਆ, ਇਸ ਕਰਕੇ ਮੈਂ ਅਸਤੀਫਾ ਦੇ ਦੇਣਾ ਇਸ ਕੰਮ ਤੋਂ ਜਿਹੜਾ ਮੈਂ ਕੰਮ ਕੀਤਾ। ਇਹ ਰੀਜ਼ਨ ਹੋ ਸਕਦਾ ਕਿ ਹੋਰ ਤੁਹਾਡੀ ਨਿਗਾਹ 'ਚ ਹੋਰ ਕੀ ਰੀਜ਼ਨ ਹੋ ਸਕਦਾ? ਦੇਖੋ, ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਰਾਜਨੀਤਿਕ ਪਿੜ ਵਿੱਚ ਆਉਣਾ ਇੱਕ ਬੜਾ ਲਿਊਕਰੇਟਿਵ ਲੱਗਦਾ ਹੈ, ਤੇ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਏਡੀ ਵੱਡੀ ਮਾਈਲੇਜ ਲੈ ਕੇ ਤੇ ਇੱਕ ਬੰਦਾ ਰਾਜਨੀਤੀ ਵਿੱਚ ਆ ਜਾਵੇ ਤਾਂ ਉਹ ਕਾਮਯਾਬ ਹੋ ਜਾਊਗਾ। ਮਕਸਦ ਤਾਂ ਇੰਨਾ ਕੀ ਰਹਿ ਗਿਆ ਨਾ ਫਿਰ। ਐਡੀ ਲੰਬਾ ਸਮਾਂ ਲਾ ਕੇ ਇੱਕ ਰਿਪੋਰਟ ਬਣਾਈ ਜਾਵੇ, ਕਿੰਨਾ ਸਮਾਂ ਚਾਹੀਦਾ ਸੀ ਇਹ ਰਿਪੋਰਟ ਬਣਾਉਣ ਨੂੰ? ਕਿੰਨੀ ਦੇਰ 'ਚ ਕਲਮਬੱਧ ਹੋ ਸਕਦੀ ਸੀ? ਸਰਕਾਰ ਵੱਲੋਂ ਦਿੱਤੀਆਂ ਗਈਆਂ ਡੈਡਲਾਈਨਸ ਕਿਵੇਂ ਵਧੀਆਂ ਗਈਆਂ ਜੀ? ਅਸੀਂ ਗੱਲ ਇਮਾਨਦਾਰੀ ਦੀ ਕਰਦੇ ਹਾਂ, ਉਹ ਡੈਡਲਾਈਨਸ ਕਿਉਂ ਵਧ ਗਈਆਂ ਇੰਨੀ ਵਾਰੀ? ਫਿਰ ਰਿਪੋਰਟ ਕਿਉਂ ਨਹੀਂ ਮੌਕੇ ਸਿਰ ਸਮੇਂ ਸਿਰ ਪੇਸ਼ ਹੋ ਗਈ? ਫਿਰ ਉਸ ਰਿਪੋਰਟ ਨੂੰ ਸਮੇਂ-ਸਮੇਂ ਤੇ ਮੀਡੀਆ ਟ੍ਰਾਇਲ ਪਹਿਲਾਂ ਹੀ ਐਡਵਾਂਸ ਬਣਾ ਕੇ ਮੀਡੀਆ ਨੂੰ ਇੰਟਰਵਿਊ ਦੇ ਕੇ ਉਹਦਾ ਰਾਜਸੀਕਰਨ ਕਿਉਂ ਕੀਤਾ ਗਿਆ? ਇਹਦਾ ਮਤਲਬ ਰਿਪੋਰਟ ਦੇ ਪਿੱਛੇ ਮਨਸ਼ਾ ਕੁਝ ਹੋਰ ਹੈ। ਸ਼ੁਰੂ ਤੋਂ ਮੀਡੀਆ ਤਾਂ ਅੱਜ ਨਹੀਂ, ਉਹ ਸ਼ੁਰੂ ਤੋਂ ਸੁਰਖੀਆਂ 'ਚ ਰਹਿੰਦੇ ਰਹੇ ਨੇ, ਆਪਣੀ ਗੱਲ ਕਰਦੇ ਰਹੇ ਨੇ। ਉਹ ਸ਼ਹੀਦਾਂ ਨੂੰ ਇਨਸਾਫ ਦੇਣ ਤੋਂ ਬਜਾਏ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਰਨਾ ਮੁੱਖ ਮਕਸਦ ਸਾਹਮਣੇ ਨਜ਼ਰ ਆ ਰਿਹਾ। ਔਰ ਮੈਂ ਸਮਝਦਾ ਕਿ ਹੁਣ ਇਹ ਗੱਲ ਨੂੰ ਸਾਡੇ ਪੰਜਾਬ ਦੀ ਆਵਾਮ ਨੇ ਵੀ ਸਮਝਣਾ ਸ਼ੁਰੂ ਕਰ ਦਿੱਤਾ ਕਿ ਕੇਵਲ ਤੇ ਕੇਵਲ ਇਹ ਇੱਕ ਰਾਜਨੀਤਿਕ ਸਟੰਟਬਾਜ਼ੀ ਬਣਾਈ ਜਾ ਰਹੀ ਹੈ। ਪੰਜਾਬ ਦੇ ਬੇਸਿਕ ਮੁੱਦਿਆਂ ਨੂੰ ਬਿਲਕੁਲ ਭੁਲਾਇਆ ਜਾ ਰਿਹਾ, ਦਰਕਨਾਰ ਕੀਤਾ ਜਾ ਰਿਹਾ। ਸਾਡਾ ਅੱਜ ਦਾ ਯੂਥ ਇਸ ਲੈਵਲ ਤੱਕ ਉਹਨੂੰ ਪੈਨੀਟ੍ਰੇਸ਼ਨ ਕਰਤੀ ਉਹਦੇ ਬ੍ਰੇਨ 'ਚ ਗੱਲਾਂ। ਨਾ ਸਾਨੂੰ ਅੱਜ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿਸੇ ਨੂੰ ਲੋੜ ਹੈ, ਨਾ ਯਾਦ ਹੈ ਕਿਸੇ ਨੂੰ। ਨਾ ਸਾਨੂੰ ਪੰਜਾਬ ਨੂੰ ਚੰਡੀਗੜ੍ਹ ਚਾਹੀਦਾ ਹੈ, ਨਾ ਸਾਨੂੰ ਪੰਜਾਬੀ ਬੋਲਦੇ ਇਲਾਕੇ ਚਾਹੀਦੇ ਨੇ, ਨਾ ਸਾਨੂੰ ਅਨੰਦਪੁਰ ਸਾਹਿਬ ਦੇ ਮਤੇ 'ਚ ਲਿਖੀਆਂ ਗਈਆਂ ਉਹ 4 ਮੱਦਿਆਂ ਦੇ ਉੱਤੇ ਕੋਈ ਗੱਲ ਕਰਨ ਦੀ ਲੋੜ ਹੈ। ਸਾਡਾ ਟਕਰਾਅ ਜਿਹੜਾ ਕਿਸੇ ਵੇਲੇ ਕੇਂਦਰ ਨਾਲ ਹੁੰਦਾ ਸੀ ਕਿ ਸਾਨੂੰ ਆਹ ਚੀਜ਼ਾਂ ਲੈ ਕੇ ਦਿੱਤੀਆਂ ਜਾਣ, ਜੇਕਰ ਉਦੋਂ ਉਹ ਮਤਾ ਲਾਗੂ ਹੋ ਜਾਂਦਾ, ਅੱਜ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਧਰਨੇ ਤੇ ਸੰਘਰਸ਼ ਨਾ ਬਹਿਣਾ ਪੈਂਦਾ, ਕੁਰਬਾਨੀਆਂ ਨਾ ਦੇਣੀਆਂ ਪੈਂਦੀਆਂ। ਕੇਂਦਰ ਦੇ ਕੋਲੇ ਫਿਰ ਇਹ ਹੱਕ ਹੀ ਨਹੀਂ ਸੀ ਹਾਸਲ ਕਿ ਕੇਂਦਰ ਇਦਾਂ ਦੇ ਫੈਸਲੇ ਕਰ ਸਕਦਾ। ਉਸ ਚੀਜ਼ ਤੋਂ ਧਿਆਨ ਪਲਟਾ ਕੇ ਸਾਨੂੰ ਸਟੇਟਾਂ 'ਚ ਆਪਸ 'ਚ ਲੜਾ ਦਿੱਤਾ ਗਿਆ, ਸਾਨੂੰ ਪੰਜਾਬੀਆਂ ਦੀ ਆਪਸੀ ਲੜਾਈ ਕਰਾ ਦਿੱਤੀ ਗਈ। ਸੈਂਟਰ ਦੇ ਕੋਲੇ ਖੁੱਲ੍ਹਾ ਮੈਦਾਨ ਛੱਡਤਾ ਕਿ ਉਹ ਜੋ ਮਰਜ਼ੀ ਸਾਡੇ ਨਾਲ ਧੱਕਾ ਕਰ ਲਵੇ, ਸਾਡੇ ਨਾਲ ਜ਼ੁਲਮ ਕਰ ਲਵੇ। ਔਰ ਇਹ ਜ਼ੁਲਮ ਦੀ ਹੱਦ ਹੈ। ਆਉਣ ਵਾਲੇ ਸਮੇਂ 'ਚ ਪੰਜਾਬ ਦੀ ਬਰਬਾਦੀ ਦਾ ਮੁੱਢ ਵੱਜਾ ਜਾਣਾ, ਕਿਉਂਕਿ ਅਸੀਂ ਐਗਰੇਰੀਅਨ ਸਟੇਟ ਹੈ। ਸਾਡੀ ਇਕੋਨੋਮੀ ਐਗਰੀਕਲਚਰ ਡਿਪੈਂਡੈਂਟ ਹੈ। ਸਾਡੀ ਬਹੁਤ ਵੱਡੀ ਇੰਡਸਟਰੀ ਐਗਰੀਕਲਚਰ ਦੇ ਉੱਤੇ ਡਿਪੈਂਡੈਂਟ ਹੈ, ਜਿਹਨੂੰ ਬਹੁਤ ਵੱਡਾ ਧੱਕਾ ਇਹਨਾਂ ਬਿੱਲਾਂ ਦੇ ਪਾਸ ਹੋਣ ਨਾਲ ਲੱਗਣਾ ਹੈ। ਔਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਮੈਂ ਇੱਥੇ ਕਈ ਵਾਰੀ ਸੋਸ਼ਲ ਮੀਡੀਆ ਤੇ ਇੰਟਰਵਿਊ ਦੇਖਦਾ। ਇੱਥੇ ਪਿੱਛੇ ਸਾਡੇ ਕੋਲ ਸੱਜਣ ਬੋਲ ਰਹੇ ਸੀ, ਉਹ ਕਹਿੰਦਾ ਜੀ ਜੇ ਕਿਸਾਨ ਨੂੰ ਤੁਸੀਂ ਅੰਨਦਾਤਾ ਕਹਿੰਦੇ ਹੋ ਤਾਂ ਮੈਂ ਜੇ ਕੱਪੜਾ ਵੇਚਦਾ ਫਿਰ ਮੈਂ ਤਨਦਾਤਾ ਹੋ ਗਿਆ। ਉਹ ਭਾਈ ਕੱਪੜਾ ਜਾਂ ਹੋਰ ਚੀਜ਼ਾਂ ਉਹਦਾ ਸਾਰੇ ਦਾ ਬੇਸ ਕੀ ਹੈ? ਬੇਸ ਤਾਂ ਫਿਰ ਐਗਰੀਕਲਚਰ ਹੈ। ਕਪਾਹ ਹੋਊਗੀ, ਨਰਮਾ ਹੋਊਗਾ, ਉੱਥੇ ਹੀ ਸਾਰਾ ਕੁਝ ਬਣ ਕੇ ਆਊਗਾ। ਬੇਸ ਤਾਂ ਸਾਡਾ ਕਿਸਾਨੀ ਤੋਂ ਤੁਰਨਾ ਹੈ। ਜਿੱਥੇ ਸਾਨੂੰ ਕਿਸਾਨੀ ਦੇ ਹੱਕ 'ਚ ਖੜਨਾ ਚਾਹੀਦਾ, ਅਸੀਂ ਉਹਦੇ ਵਿਰੋਧ 'ਚ ਖੜਦੇ ਹਾਂ। ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਦਿਆਂ, ਬੀਜੇਪੀ ਦੇ ਪੰਜਾਬ ਦੇ ਲੀਡਰ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਆ ਕਿ 2022 'ਚ ਸਰਕਾਰ ਬਣਾ ਕੇ ਦਿਖਾਵਾਂਗੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਬੀਜੇਪੀ ਪੰਜਾਬ 'ਚ ਹਾਸ਼ੀਏ 'ਤੇ ਆ, ਉਹ ਲੀਡਰ ਵੱਡੇ ਤੋਂ ਵੱਡਾ ਲੀਡਰ ਵੀ ਕਹਿ ਰਿਹਾ ਅਸੀਂ ਸਰਕਾਰ ਬਣਾ ਕੇ ਦਿਖਾਵਾਂਗੇ। ਕਿਉਂ? ਇਹਦਾ ਮਤਲਬ ਪੰਜਾਬ ਤਿਆਰ ਰਵੇ। ਮੈਂ ਵਾਰਨ ਕਰਨਾ ਚਾਹੁੰਦਾ ਕਿ ਮਨਸ਼ਾ ਬੜੀ ਗਲਤ ਹੈ ਸੱਤਾਧਾਰੀ ਲੋਕਾਂ ਦੀ। ਉਹ ਪੰਜਾਬ ਦੇ ਵਿੱਚ ਕੋਈ ਫਿਰਕੂ ਫਸਾਦ, ਕੋਈ ਧਾਰਮਿਕ ਪੱਤਾ, ਕੋਈ ਇੱਦਾਂ ਦਾ ਪੱਤਾ ਖੇਡ ਕੇ ਆਪਣੀ ਸੱਤਾ ਦੀ ਸਿਆਸਤ 'ਤੇ ਆ ਕੇ ਚੜ੍ਹਨਗੇ। ਉਹ ਸਾਡੇ ਮੁੱਦਿਆਂ ਦੇ, ਸਾਡੇ ਸਰੋਕਾਰਾਂ ਦੇ ਨਾਲ ਨਹੀਂ ਖੜਨਗੇ। ਉਹ ਆਪਣਾ ਏਜੰਡਾ ਲੈ ਕੇ ਆਉਣਗੇ। ਇੱਦੇ ਹਾਲਾਤ ਮਾੜੇ ਹੋਣ ਦੇ ਬਾਵਜੂਦ ਜੇ ਬੀਜੇਪੀ ਦੇ ਹਰਜੀਤ ਗਰੇਵਾਲ ਵਰਗੇ, ਚੁੱਗ ਵਰਗੇ ਲੀਡਰ ਇਹ ਗੱਲ ਕਹਿਣ, ਆਰਪੀ ਸਿੰਘ ਵਰਗੇ, ਕਿ ਅਸੀਂ ਪੰਜਾਬ ਸਰਕਾਰ ਬਣਾਵਾਂਗੇ, ਉਹਨਾਂ ਨੂੰ ਕੀ ਨਜ਼ਰ ਆ ਰਿਹਾ? ਇਹਦਾ ਮਤਲਬ ਉਹਨਾਂ ਦੀ ਕੋਈ ਪਾਲਿਸੀ ਬੜੀ ਵੱਡੀ ਹੈ। ਸਾਨੂੰ ਪੰਜਾਬੀਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਆਹ ਜਿਹੜਾ ਥੱਲੇ ਸਾਨੂੰ ਆਪੇ ਲੜਾਇਆ ਜਾ ਰਿਹਾ, ਸਾਨੂੰ ਪੰਜਾਬ ਦੇ ਮੁੱਦਿਆਂ 'ਤੇ ਉਲਝਾਇਆ ਜਾ ਰਿਹਾ। ਮੈਂ ਬਾਹਰ ਵਾਲੇ NRI ਵੀਰਾਂ ਨੂੰ ਵੀ ਕਹਿਣਾ, ਕੇਵਲ ਇੱਕ ਪਾਸਲ ਫੈਸਲੇ ਨਾ ਕਰੋ, ਵੱਡੇ ਪੰਜਾਬ ਦੇ ਹਿੱਤਾਂ ਬਾਰੇ ਵੀ ਸੋਚਣਾ ਸ਼ੁਰੂ ਕਰੋ। ਸਾਡੇ ਨਾਲ ਵਾਪਰਨਾ ਕੀ 1 ਸਾਲ ਦੇ ਵਿੱਚ ਹਾਲਾਤ ਪੰਜਾਬ ਦੇ ਸੁਖਾਵੇਂ ਨਹੀਂ। ਸ਼੍ਰੋਮਣੀ ਅਕਾਲੀ ਦਲ ਕਿੱਥੇ ਆ? 2022 ਆਉਣ ਵਾਲਾ ਹੈ, ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜੀ ਹੈ? ਕੀ ਤੀਸਰੇ ਨੰਬਰ ਤੋਂ ਹੁਣ ਸੋਚਦੀ ਹੈ ਵੀ ਦੂਜੇ ਪਹਿਲੇ ਤੱਕ ਪਹੁੰਚ ਜਾਊਗੀ? ਸ਼੍ਰੋਮਣੀ ਅਕਾਲੀ ਦਲ ਨੇ 5 ਰੈਲੀਆਂ ਕੀਤੀਆਂ, 7 ਉਮੀਦਵਾਰ ਡਿਕਲੇਅਰ ਕੀਤੇ ਆ। ਤੁਸੀਂ ਆਪਣੇ ਵੱਲੋਂ ਜਾਂ ਆਮ ਆਵਾਮ ਵੱਲੋਂ ਮੈਨੂੰ ਦੱਸੋ ਕਿ ਲੋਕਾਂ ਦੀ ਆਵਾਜ਼ 'ਚ ਕੀ ਕਿਹਾ ਜਾ ਰਿਹਾ? ਹਰ ਵਿਅਕਤੀ ਇਹ ਗੱਲ ਕਹਿ ਰਿਹਾ ਕਿ ਰਿਕਾਰਡ ਤੋੜ ਇਕੱਠ ਰੈਲੀਆਂ ਦਾ। ਔਰ ਜਿਹੜੀਆਂ 7 ਸੀਟਾਂ ਡਿਕਲੇਅਰ ਕੀਤੀਆਂ, 7 ਦੀਆਂ 7 ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਨੇ। ਉਹ ਕਿਉਂ ਹੈ? ਸ਼੍ਰੋਮਣੀ ਅਕਾਲੀ ਦਲ ਕੇਡਰ ਬੇਸਡ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕੇਡਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ, ਕਿਉਂਕਿ ਕੇਡਰ ਇਹ ਗੱਲ ਜਾਣਦਾ ਹੈ। ਸਭ ਤੋਂ ਵੱਡੀ ਗੱਲ, ਜਦੋਂ ਸਾਡੇ ਪਾਰਟੀ ਸੁਪਰੀਮ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਹੈ ਕਿ ਬੇਅਦਬੀ ਕਰਨ ਵਾਲਿਆਂ ਦਾ, ਪਰਿਵਾਰਾਂ ਦਾ,
ਗੁਰੂ ਸਾਹਿਬ ਨਾਸ ਕਰਨ। ਦਰਬਾਰ ਸਾਹਿਬ ਜਾ ਕੇ ਪਿਛਲੇ ਸਮੇਂ ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਪਿਛਲੇ ਸਮੇਂ 'ਚ ਜਾਣੇ ਅਣਜਾਣੇ 'ਚ ਹੋਈਆਂ ਗਲਤੀਆਂ ਦੀ ਭੁੱਲ ਬਖਸ਼ਾਈ ਆ, ਮਾਫੀ ਮੰਗੀ ਆ ਗੁਰਦੁਆਰਾ ਨਤਮਸਤਕ ਹੋ ਕੇ, ਸਿਰ ਝੁਕਾ ਕੇ, ਤੇ ਸੰਗਤ ਬਖਸ਼ਣਯੋਗ ਹੈ। ਸਾਨੂੰ ਲੱਗਦਾ ਕਿ ਸੰਗਤ ਬਖਸ਼ੂਗੀ, ਮਾਫ ਵੀ ਕਰੂਗੀ। ਪੰਜਾਬ ਦੇ ਵਡੇਰੇ ਹਿੱਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਵੀ ਰਹੀ ਔਰ ਚੱਲੂਗੀ। ਮਾਸਕਟ ਕੀ ਜਗਵੀਰ ਸਿੰਘ ਸੋਖੀ ਆਉਣ ਵਾਲੇ ਸਮੇਂ 'ਚ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਲੜਨਗੇ? ਬਿਲਕੁਲ ਲੜਾਂਗੇ ਜੀ। ਹਰੇਕ ਵਿਅਕਤੀ ਦਾ ਹੱਕ ਬਣਦਾ ਕਿ ਆਪਣੇ ਪਾਰਟੀ ਪ੍ਰਧਾਨ ਦੇ ਕੋਲੋਂ, ਸਾਡੇ ਪਾਰਟੀ ਦੀ ਕੋਰ ਕਮੇਟੀ ਫੈਸਲੇ ਕਰਦੀ ਆ, ਮੈਂ ਵੀ ਉੱਥੇ ਆਪਣੇ ਆਪ ਨੂੰ ਪੇਸ਼ ਕਰੂੰਗਾ। ਜੇ ਪਾਰਟੀ ਮੇਰੇ ਤੇ ਭਰੋਸਾ ਪ੍ਰਗਟ ਕਰੂਗੀ ਤੇ ਪਾਰਟੀ ਮੈਨੂੰ ਉੱਥੋਂ ਲੜਾਊਗੀ ਤੇ ਮੈਂ ਜ਼ਰੂਰ ਲੜ ਕੇ ਵਿਧਾਨ ਸਭਾ 'ਚ ਜਾ ਕੇ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਇਦਾਂ ਦੇ ਡਾਇਲੌਗ ਤਾਂ ਨਹੀਂ ਮਾਰੂੰਗਾ ਕਿ ਮੈਂ 116 ਐਮਐਲਏਆਂ ਨੂੰ ਪੜ੍ਹਨੇ ਪਾ ਦੂੰ, 116 ਐਮਐਲਏਆਂ ਨੂੰ ਕੰਮ ਕਰਨਾ ਸਿਖਾ ਦੂੰ। ਮੈਂ ਮੁੱਦਿਆਂ ਦੇ ਆਧਾਰ, ਜੇਕਰ ਮੈਂ ਵਿਧਾਨ ਸਭਾ ਹਲਕਾ ਦੱਖਣੀ ਦੀ ਗੱਲ ਕਰਾਂ, ਮੇਰੇ ਉਸ ਹਲਕੇ 'ਚ ਕੋਈ ਵੱਡਾ ਹਸਪੀਟਲ ਨਹੀਂ ਹੈ, ਕੋਈ ਐਜੂਕੇਸ਼ਨ ਇੰਸਟੀਚਿਊਟ ਨਹੀਂ ਹੈ। ਮਜ਼ਦੂਰ ਜਮਾਤ, ਆਮ ਲੋਅਰ ਮਿਡਲ ਪਰਿਵਾਰ ਉੱਥੇ ਰਹਿੰਦੇ ਆ, ਉਹਨਾਂ ਦੀ ਰੋਜੀ ਰੋਟੀ ਦੇ ਮਸਲੇ ਆ, ਉਹਨਾਂ ਦੇ ਬੱਚਿਆਂ ਦੀ ਐਮਪਲੋਇਮੈਂਟ ਦੇ ਮਸਲੇ ਆ, ਡਿਵੈਲਪਮੈਂਟ ਦਾ, ਪੀਣ ਵਾਲੇ ਪਾਣੀ ਦਾ ਬਹੁਤ ਵੱਡਾ ਮਸਲਾ ਹੈ। ਇਹਨਾਂ ਜਾਤੀ ਮਸਲਿਆਂ ਨੂੰ ਲੈ ਕੇ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਆ, ਮੈਂ ਉਹਨਾਂ ਤੇ ਲੜਾਈ ਲੜੂੰਗਾ। ਔਰ ਉਹ ਲੜਾਈ ਲੜ ਕੇ ਉਸ ਇਲਾਕੇ ਨੂੰ, ਇਹ ਮੇਰਾ ਯਤਨ ਜ਼ਰੂਰ ਹੋਊਗਾ ਕਿ ਮੇਰੇ 5 ਸਾਲ ਦੇ ਟੈਨਿਓਰ ਤੋਂ ਬਾਅਦ ਇਹ ਗੱਲ ਕਹੀ ਜਾਵੇ, ਤੁਸੀਂ ਮੀਡੀਆ ਵਾਲੇ ਸਾਡੇ ਭਰਾ ਵੀ ਗੱਲ ਕਹੋ ਕਿ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਹਲਕਾ ਵੀ ਇੱਕ ਹੁਣ ਮੁਕਾਮ ਰੱਖਦਾ। ਮਿਹਰਬਾਨੀ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਵੀਰ ਸਿੰਘ ਜੀ ਸੋਖੀ, ਜਿਨ੍ਹਾਂ ਨੇ ਕਿਹਾ ਵੀ ਪੰਜਾਬ ਦੀ ਜਨਤਾ ਨੂੰ ਹੁਣ ਅਲਰਟ ਹੋ ਜਾਣਾ ਚਾਹੀਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਕੋਈ ਧਰਮ ਦਾ ਕਾਰਡ ਖੇਲ ਕੇ ਆਉਣ ਵਾਲੇ ਸਮੇਂ 'ਚ ਸੱਤਾ ਹਾਸਲ ਵੀ ਕਰ ਸਕਦੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਗੱਠਜੋੜ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਨਾਲ, ਅੱਜ ਕੱਲ੍ਹ ਨਹੀਂ ਹੈ। ਦੇਖਣਾ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਕਿਹੜਾ ਕਾਰਡ ਖੇਲਿਆ ਜਾਂਦਾ, ਕਿਉਂਕਿ ਹਮੇਸ਼ਾ ਹੀ ਦੇਖਿਆ ਗਿਆ ਜਦੋਂ 5 ਸਾਲ ਬਾਅਦ ਨਵੇਂ ਇਲੈਕਸ਼ਨ ਆਉਂਦੇ ਤੇ ਮੁੱਦੇ ਨਵੇਂ ਹੁੰਦੇ ਆ। ਇਹ ਦੇਖਣਾ ਹੋਊਗਾ ਕਿ ਫਿਰ ਬਰਗਾੜੀ ਕਾਂਡ ਦਾ ਮੁੱਦਾ ਫਿਰ ਸਟੇਜਾਂ ਤੇ ਆਂਦਾ ਕਿ ਜਾਂ ਫਿਰ ਕੋਈ ਨਵਾਂ ਧਾਰਮਿਕ ਕਾਂਡ ਖੇਲਿਆ ਜਾਂਦਾ। ਔਰ ਇਹ ਵੀ ਦੇਖਣਾ ਹੋਊਗਾ ਕਿ ਆਉਣ ਵਾਲੇ ਸਾਲ ਦੇ ਵਿੱਚ ਕੌਣ, ਕਿਹਦੀ ਲਹਿਰ ਚੱਲਦੀ ਹੈ ਔਰ ਕਿਹਦੀ ਸਰਕਾਰ ਬਣਦੀ ਹੈ। ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਨਿਊਜ਼ ਲੁਧਿਆਣਾ।